Good morning once again, all the students. Yesterday, we discussed in the subject of microwave and radar engineering for the topic of microwave components, right? Microwave components. We have come across uh, some circuits which are being operated at low frequency. I mean, so then what are the electrical parameters which we can measure at a low frequency? Those were Z, Y, ABCD, and H parameters, and they are meant for two-port networks, right? But here voltage and currents are well defined, right? So, but when you are operating the circuits at high frequency, using the circuits at high frequency, then you cannot expect pure values of inductor, capacitor, or resistance. Rather, they are behaving as a resonant circuit, right? This is what we have gone through yesterday. It means at high frequency, size of the components uh, it becomes small, and power availability from them is also very small. And under open and short circuit conditions, we cannot measure all those parameters. So, what are the alternatives? And alternatives are S parameters, fine, which we are calling as scattering parameters. Clear? So, ਸਕੈਟਰਿੰਗ ਪੈਰਾਮੀਟਰ ਦੀ ਕੱਲ੍ਹ ਅਸੀਂ ਗੱਲ ਕੀਤੀ ਸੀ ਔਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਮਾਈਕ੍ਰੋਵੇਵ ਸਿਸਟਮ ਲਈ ਜਾਂ ਮਾਈਕ੍ਰੋਵੇਵ ਜੰਕਸ਼ਨ ਵਾਸਤੇ ਕਿਉਂਕਿ ਹਾਈ ਫ੍ਰੀਕੁਐਂਸੀ ਬੇਸ ਸਿਸਟਮਸ ਨੇ ਔਰ ਹਾਈ ਫ੍ਰੀਕੁਐਂਸੀ ਦੇ ਵੋਲਟੇਜ ਦਾ ਇਲੈਕਟ੍ਰਿਕ ਫੀਲਡ ਕਰੰਟ ਮੈਗਨੈਟਿਕ ਫੀਲਡ ਬਣ ਜਾਂਦਾ ਸੋ ਵੀ ਵਿਲ ਹੇਅਰ ਵੀ ਆਰ ਟਾਕਿੰਗ ਇਨ ਟਰਮਸ ਆਫ ਇਲੈਕਟ੍ਰੋਮੈਗਨੈਟਿਕ ਫੀਲਡਸ ਰਾਈਟ ਆ ਦੇਖੋ ਤੋ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਆ ਇਹ ਪ੍ਰੋਪੀਗੇਟ ਕਰਦੀਆਂ ਇਹਦੇ ਨਾਲ ਵਿਦ ਇਟਸ ਐਸੋਸੀਏਟਡ ਪਾਵਰਸ ਓਬਵੀਅਸਲੀ ਜਿਹੜੀ ਇਲੈਕਟ੍ਰੋਮੈਗਨੈਟਿਕ ਵੇਵ ਹੈ ਉਹਦੀ ਆਪਣੀ એનર્ਜੀ ਹੈ એનર્ਜੀ ਪਾਵਰ ਨਾਲ ਜੁੜੀ ਹੈ ਉਹਨਾਂ ਰਿਲੇਟਡ ਹੈ ਸੋ ਇਨਸਟੈਡ ਆਫ ਵੋਲਟੇਜ ਐਂਡ ਕਰੰਟ ਐਟ ਲੋ ਫ੍ਰੀਕੁਐਂਸੀ ਕਿਉਂਕਿ ਲੋ ਫ੍ਰੀਕੁਐਂਸੀ ਤੇ ਤਾਂ ਵੋਲਟੇਜ ਤੇ ਕਰੰਟਸ ਰਹਿਣੇ ਹੀ ਰਹਿਣੇ ਆ ਉਹ ਐਗਜ਼ਿਸਟ ਕਰਨੀ ਹੀ ਕਰਨਗੇ ਪਰ ਹਾਈ ਫ੍ਰੀਕੁਐਂਸੀ ਤੇ ਇਹ ਚੀਜ਼ਾਂ ਵੋਲਟੇਜ ਇਲੈਕਟ੍ਰਿਕ ਤੇ ਕਰੰਟ ਮੈਗਨੈਟਿਕ ਫੀਲਡ ਬਣ ਜਾਂਦੀ ਆ ਜਿਹੜੀ ਉਹਦੇ ਨਾਲ એનર્ਜੀ ਐਸੋਸੀਏਟ ਹੋਣੀ ਆ ਉਹ ਇਹ ਵੇਵਸ ਨੇ ਕੈਰੀ ਕਰਨੀ ਆ ਰਾਈਟ ਜਦੋਂ ਪ੍ਰੋਪੀਗੇਟ ਕਰਨਾ ਤੋਂ ਅਸੀਂ ਜਿਹੜੇ ਮਾਈਕ੍ਰੋਵੇਵ ਜੰਕਸ਼ਨ ਜਾਂ ਸਿਸਟਮ ਆ ਉਹਨੂੰ ਅਸੀਂ ਸਕੈਟਰਿੰਗ ਪੈਰਾਮੀਟਰਸ ਨਾਲ ਡਿਸਕ੍ਰਾਈਬ ਕਰਦੇ ਹਾਂ ਸਕੈਟਰਿੰਗ ਪੈਰਾਮੀਟਰ ਦੀ ਕੱਲ ਮੈਂ ਗੱਲ ਦੱਸੀ ਸੀ ਅਸਲ 'ਚ ਕੀ ਆ ਇਹ ਰਿਫਲੈਕਸ਼ਨ ਜਾਂ ਟਰਾਂਸਮਿਸ਼ਨ ਕੋਫੀਸ਼ੀਐਂਟਸ ਨੇ ਰਿਫਲੈਕਸ਼ਨ ਜਿਹੜਾ ਇੰਸੀਡੈਂਟ ਤੋਂ ਸੌਰੀ ਟਰਾਂਸਮਿਸ਼ਨ ਇੰਸੀਡੈਂਟ ਤੋਂ ਤੇ ਰਿਫਲੈਕਟਡ ਜਿਹੜਾ ਆ ਮਾਈਕ੍ਰੋਵੇਵ ਜਿਹੜੀਆਂ ਉਹ ਰਿਫਲੈਕਸ਼ਨ ਪੈਦਾ ਕਰਨਗੀਆਂ ਸੋ ਉਹ ਅਸੀਂ ਕੱਲ ਪੈਰਾਮੀਟਰਸ ਦੀ ਗੱਲ ਕਰ ਰਹੇ ਸੀ ਠੀਕ ਨਹੀਂ ਤੋ ਅਸੀਂ ਇਹ ਵੀ ਦੱਸਿਆ ਸੀ ਕਿ ਜੇ ਇੱਕ ਪੋਰਟ ਤੋਂ ਇੱਕ ਇਨਪੁਟ ਹੈ ਤੇ ਉਹ ਅਸੀਂ ਉਹ ਤੋਂ ਚਾਰ ਆਊਟਪੁੱਟ ਲੈ ਸਕਦੇ ਹਾਂ ਸੋ ਇਹਦਾ ਮਤਲਬ ਜੇ ਚਾਰੋਂ ਪੋਰਟਾਂ ਦੇ ਇੱਕ ਇੱਕ ਇਨਪੁੱਟ ਲਈਏ ਤਾਂ ਵੀ ਕੈਨ ਐਕਸਪੈਕਟ 16 ਔਰ ਉਹਦਾ ਅਸੀਂ ਸਕੈਟਰਿੰਗ ਮੈਟ੍ਰਿਕਸ ਬਣਾ ਸਕਦੇ ਹਾਂ ਠੀਕ ਹੈ ਕੱਲ ਮੈਂ ਤੁਹਾਨੂੰ ਐਨ ਪੋਰਟ ਦੀ ਵੀ ਗੱਲ ਕੀਤੀ ਸੀ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੇ ਪੈਰਾਮੀਟਰਸ ਨੇ ਮੈਟ੍ਰਿਕਸ ਦੇ ਜਿਹੜਾ ਉਹ ਸਕੈਟਰਿੰਗ ਮੈਟ੍ਰਿਕਸ ਬਣਾ ਉਹਦੇ ਵਿੱਚ ਜਿਹੜੇ ਐਲੀਮੈਂਟਸ ਸਾਰਿਆਂ ਨੂੰ ਅਸੀਂ ਡੀ ਵਿੱਚ ਮੇਜਰ ਕਰਦੇ ਹਾਂ ਦੇਖੋ ਔਰ ਸਾਰਿਆਂ ਦਾ ਮੈਗਨੀਟਿਊਡ ਵੀ ਹੈ ਫੇਜ਼ ਵੀ ਹੋ ਸਕਦਾ ਠੀਕ ਹੈ ਇਸ ਤਰੀਕੇ ਨਾਲ ਐਨ ਪੈਰਾਮੀਟਰ ਦੀ ਵੀ ਗੱਲ ਕੀਤੀ ਸੀ ਅਸੀਂ ਬਹੁਤ ਸਾਰੇ ਔਰ ਅਸੀਂ ਫਿਰ ਉਹਨੂੰ ਰਿਲੇਸ਼ਨਸ਼ਿਪ ਵੀ ਡਰਾਈਵ ਕੀਤਾ ਸੀ ਕੱਲ ਸਕੈਟਰਿੰਗ ਮੈਟ੍ਰਿਕਸ ਦਾ ਤੇ ਇਨਪੁਟ ਆਊਟਪੁੱਟ ਪਾਵਰਸ ਐਟ ਡਿਫਰੈਂਟ ਪੋਰਟਸ ਦਾ ਮਤਲਬ ਅਲੱਗ-ਅਲੱਗ ਪੋਰਟਾਂ ਦੇ ਜਿਹੜੀਆਂ ਇਨਪੁਟ ਤੇ ਆਊਟਪੁੱਟ ਪਾਵਰਸ ਜਿਹੜੀਆਂ ਏ ਵਾਲੀਆਂ ਇਨਸੀਡੈਂਟ ਆ ਉਹ ਇਨਪੁਟ ਹੋ ਗਈਆਂ ਜਿਹੜੀਆਂ ਰਿਫਲੈਕਟਡ ਆ ਉਹ ਆਊਟਪੁੱਟ ਹੋ ਗਈਆਂ ਉਹਨੂੰ ਬੀ ਕਹਿੰਦੇ ਆ ਔਰ ਜਿਹੜੀ ਬੀ ਹੈ ਰਿਫਲੈਕਟਡ એનર્ਜੀ ਇਟ ਇਜ਼ ਬਿਕੋਜ਼ ਆਫ ਇਨਸੀਡੈਂਟ ਜਿਹੜੀ ਇਹ એનર્ਜੀ ਉੱਥੋਂ ਲੋਡ ਐਂਡ ਤੋਂ ਪੋਰਟ ਤੋਂ ਰਿਫਲੈਕਟ ਹੋ ਕੇ ਵਾਪਸ ਆ ਰਹੀ ਆ ਅਸਲ 'ਚ ਉਹ ਹੈ ਤਾਂ ਇੰਸੀਡੈਂਟ ਕਰਕੇ ਆ ਨਾ ਇਨਪੁਟ ਕਰਕੇ ਆ ਨਾ ਠੀਕ ਨਹੀਂ ਇਸ ਕਰਕੇ ਤੇ ਔਰ ਅਸੀਂ ਰਿਫਲੈਕਟਡ ਕੰਪੋਨੈਂਟ ਜਿਹੜੇ ਆ ਅਸੀਂ ਉਹਨੂੰ ਇਦਾਂ ਡਿਫਾਈਨ ਕਰ ਕੀਤਾ ਸੀ ਫਿਰ ਆਪਾਂ ਲੋਡ ਦੀ ਗੱਲ ਕੀਤੀ ਸੀ ਵੀ ਲੋਡ ਜਿੱਦਾਂ ਹੁਣ ਫਸਟ ਕੇਸ ਦੇ ਵਿੱਚ ਲੋਡ ਜਿਹੜਾ ਆ ਉਹ ਕਰੈਕਟਰਿਸਟਿਕ ਇੰਪੀਡੈਂਸ ਨਾਲ ਮਤਲਬ ਮੈਚ ਨਹੀਂ ਕਰਦਾ ਸੋ ਇੱਥੋਂ ਪਾਵਰ ਰਿਫਲੈਕਟ ਹੋ ਜਾਏਗੀ ਜਿਹੜੇ V1 ਇਜ਼ ਨਾਟ ਇਕੁਅਲ ਟੂ 0 ਬਾਕੀ ਜਗ੍ਹਾ ਜਿੱਥੇ ਜਿੱਥੇ ਮੈਚ ਕਰਦਾ ਉੱਥੇ ਰਿਫਲੈਕਟਡ ਕੰਪੋਨੈਂਟ 0 ਹੋ ਜਾਊਗਾ ਠੀਕ ਹੈ ਇਹ ਤਾਂ ਇੱਕ ਕੇਸ ਦਿਖਾਇਆ ਸੀ ਜਿਹੜਾ ਸੈਕੰਡ ਕੇਸ ਦਿਖਾਇਆ ਸੀ ਉਹਦੇ ਵਿੱਚ ਆਪਾਂ ਇਦਾਂ ਦਿਖਾਇਆ ਸੀ ਵੀ ਸਾਰੇ ਲੋਡ ਮੈਚ ਨਹੀਂ ਕਰਦੇ ਇਟ ਮੀਨਸ ਆਲ ਦਾ ਰਿਫਲੈਕਟਡ ਕੰਪੋਨੈਂਟ ਵਿਲ ਐਗਜ਼ਿਸਟ ਪਤਾ ਲੱਗ ਗਿਆ ਫਿਰ ਆਪਾਂ ਇਸ ਤੋਂ ਕੱਲੇ ਕੱਲੇ ਤੋਂ ਆਪਾਂ ਇਹਨੂੰ ਜਨਰਲਾਈਜ਼ ਕੀਤਾ ਕੁਐਸਚਨ ਨੂੰ ਵੀ ਜਿੰਨੇ ਰਿਫਲੈਕਟਡ ਕੰਪੋਨੈਂਟ ਹੈ ਮਤਲਬ ਉਹਦਾ ਇੰਸੀਡੈਂਟ ਕੰਪੋਨੈਂਟਸ ਨਾਲ ਕੀ ਰਿਲੇਸ਼ਨ ਹੈ ਇਸ ਤਰੀਕੇ ਨਾਲ ਫਿਰ ਆਪਾਂ ਇਹਦਾ ਮੈਟ੍ਰਿਕਸ ਬਣਾਇਆ ਠੀਕ ਹੈ ਨਾ ਕੱਲ ਆ ਕੋਰਮ ਮੈਟ੍ਰਿਕਸ ਆ ਜਿਹੜਾ ਕੋਰਸਪੋਂਡ ਟੂ
रिफ्लेक्टेड वेव्स का मान लो आउटपुट पावर है, तो आउटपुट पावर इज नथिंग, आउटपुट पावर इज इक्वल टू आ देख दिस इनटू दिस, यानी बी इज इक्वल टू एस इनटू ए। बी की आ आई तो लैके एन तक, एस की आ आई वन तो लैके एस एन एन तक। नहीं समझ आई? आ देखना वन तो लैके जिदा इतने आई वेरी कर रही वन तो लैके एन तक, एस के भी आई वेरी कर रही वन तो लैके एन तक। तो ए वन पहला कंपोनेंट, ए टू दूजा कंपोनेंट, ए थ्री तीजा कंपोनेंट, ए एन लास्ट कंपोनेंट। ठीक है ना? इतने भी जो आ पैरामीटर है एस वन एन एस टू एन एंड सो ऑन, वन जोड़ा वो वन मतलब वन तो स्टार्ट होकर एन तक आएगा। ठीक है ना? सो इस तरीके जो मैट्रिक्स बनया, असी इनू जनरलाइज किया, इन मैट्रिक्स फॉर्म जनरलाइज इक्वेशन असी जनरल फॉर्म ऑफ इक्वेशन असी मैट्रिक फॉर्म च लिख लिया। तो मैट्रिक्स फॉर्म का ये जोड़े आ जोड़ा कॉलम है, इट इज़ कॉरस्पॉन्डिंग टू रिफ्लैक्टेड वेव जी आउटपुट पावर इंडीकेट कर दियाँ। ये जोड़ा कॉलम है ये स्कैटरिंग मैट्रिक्स का है। ठीक है? स्कैटरिंग कॉलम मैट्रिक्स है, यदा ऑर्डर जो एन बाई एन का पता लग गया। स्केयर मैट्रिक्स बनेगा, यानी 3 बाई 3 या 2 बाई 2 या 4 बाई 4 या 5 बाई 5 स्केयर बाई मैट्रिक्स बनेगा। यह भी कॉलम मैट्रिक्स है विच इज कॉरस्पॉन्डिंग टू इंसीडेंट वेव्स। पता लग गया? तो ये कल आप कुछ गल की सी। फिर आ लाइक्स मतलब जिदा आई जे वन टू आई कॉलम जे तो रो ऐदा। तो जे असी इन्हों असी जोड़े आ उपर आ वो ट्रांसमिशन कोफिशिएंट्स है, जिदा वन टू वाला वन टू का मतलब है इट इज़ कॉल्ड ट्रांसमिशन कोफिशिएंट ऑफ पोर्ट टू फॉर पोर्ट वन। पता लग गया? जे आई आई की गल कर ये गल आ जोड़े कंपोनेंट है ये रिफ्लैक्शन कंपोनेंट है, वन वन टू टू थ्री थ्री फोर फोर एंड सो ऑन एन एन तक। इनू रिफ्लैक्शन, ये रिफ्लैक्शन का मतलब है भी किन्नी पावर जी आ मतलब किसी पर्टिकुलर पावर उतों, जिदा हम इतने एस आई आई लिखा, एस आई आई का मतलब है इंडिकेशन ऑफ हाउ मच पावर इज रिफ्लैक्टेड बैक फ्रॉम द जंक्शन इनटू द आइथ पोर्ट। आइथ पोर्ट के विच पावर कितनी रिफ्लैक्ट हुई जदों असी आइथ पोर्ट ते ही इनपुट दी। समझ आ गई? जिदा वन वन की गल करिए, वन ते जी पावर दी तो जंक्शन तो वन ते ही वापस कितनी पावर आई पल्ले पै गई, इदा करके। समझ आ गई? इनू असी रिफ्लैक्ट सो एस वन वन किया, इट्स अ रिफ्लैक्शन कोफिशिएंट ऑफ पोर्ट वन वैन इनपुट इज फेड टू द सेम पोर्ट। सेम पोर्ट मीनस वन ते। क्लीयर? हेलो बोलो। हाँ सर। हाँ जी सर। हाँ आवाज़ बेटे दिया करो, थोड़ी इनवॉल्वमेंट थोड़ी जी मेरे विच जे तुहाडा तुसी आस मैनू शो करोगे रिस्पॉन्स तो वो चंगा रहेगा। हुण इस पैरामीटर्स दियां जिहड़ियां मैट्रिक्स बनया इहदियां प्रॉपर्टीज़ की ने, आ 5-4 प्रॉपर्टीज़ याद रखनियां। अगे आपां माइक्रोवेव जंक्शन इन दी फॉर्म ऑफ टी, ई प्लेन टी की है, एच प्लेन टी की है, हाइब्रिड टी की है, डायरैक्शनल कपलर्स की ने, ठीक है, आइसोलेटर की ने, सर्कुलेटर्स की ने, जां होर भी आपां पढ़ांगे। तो उन्होंने सारिਆਂ ਦੇ ਵਿੱਚ ਸਕੈਟਰਿੰਗ ਪੈਰਾਮੀਟਰਸ ਲੱਗਦਾ ਤੇ ਸਾਰਿਆਂ ਦੇ ਵਿੱਚ ਅਸੀਂ ਆ ਪ੍ਰੋਪਰਟੀਜ਼ ਨੂੰ ਵੈਰੀਫਾਈ ਕਰਨਾ, ਜਸਟੀਫਾਈ ਕਰਨਾ। ਉਹ 4-5 ਪ੍ਰੋਪਰਟੀਜ਼ ਨੇ। ਇਹ ਕਿਹੜੀਆਂ ਨੇ? ਪਹਿਲੀ ਗੱਲ ਹੈ ਜਿੰਨੀਆਂ ਵੀ ਪੋਰਟਸ ਹੈ ਉਹਨਾਂ ਸਾਰਿਆਂ ਦਾ n/n ਦਾ ਇੱਕ ਸਕੁਅਰ ਮੈਟ੍ਰਿਕਸ ਬਣਦਾ। ਠੀਕ ਨਹੀਂ? मतलब ਜਿਹੜਾ एस पैरामीटर है ਇਹਦੀਆਂ ਕੀ ਪ੍ਰੋਪਰਟੀਜ਼ ਨੇ? ਸਕੁਅਰ ਮੈਟ੍ਰਿਕਸ ਹੈ ਜਿਹਦਾ ਆਰਡਰ ਹੈ n/n ਦਾ, ਜਿੱਥੇ n ਕੀ ਹੈ ਨੰਬਰ ਆਫ ਪੋਰਟਸ। पता लग गया? मतलब पोर्ट आ 3 है तो 3/3 का जो स्केयर मैट्रिक्स बनूगा। जो पोर्ट आ 4 है तो 4/4 बनूगा। सिमिट्रिक मैट्रिक्स आई जे तो जे आई बराबर है, इतने आई इजकल टू जे के बराबर होना जो सिमिट्रीसिटी लैनी है। तो पता लग गया? आ गलत लिखो है। तो फॉर ए लॉसलैस नैटवर्क, लॉसलैस नैटवर्क वास्ते ये यूनिटरी मैट्रिक्स बोलते हैं। यदा की मतलब है एक मैट्रिक्स वैसा तो नाल उहदा कंपलैक्स कंजूगेट की मल्टीप्लिकेशन। ਜਿਹੜਾ ਵੀ ਆ ਮੈਟ੍ਰਿਕਸ ਹੈ ਇਹਦੇ ਵਿੱਚ ਵਾਲੇ ਜਿੰਨੇ ਐਲੀਮੈਂਟਸ ਆ ਸਾਰਿਆਂ ਦਾ ਕੰਪਲੈਕਸ ਕੰਜੂਗੇਟ ਲੈਣਾ, ਫਿਰ ਉਹ ਮੈਟ੍ਰਿਕਸ ਵੱਖਰਾ ਬਣੂਗਾ। ਆ ਸਟੈਰਿਕ ਦਾ ਮਤਲਬ ਹੈ ਕੰਜੂਗੇਟ। ਫਿਰ ਉਹਨਾਂ ਦੋਨਾਂ ਨੂੰ ਗੁਣਾ ਕਰਕੇ ਜਿਹੜਾ ਦੋਨਾਂ ਨੂੰ ਗੁਣਾਂਕ ਕਰਨਾ, ਪ੍ਰੋਡਕਟ ਬਣਨਾ। ਠੀਕ ਹੈ? ਇਹ ਆਇਡੈਂਟੀਟੀ ਮੈਟ੍ਰਿਕਸ ਦੇ ਬਰਾਬਰ ਹੈ, ਜਿਹਨੂੰ ਅਸੀਂ ਯੂਨਿਟਰੀ ਮੈਟ੍ਰਿਕਸ ਵੀ ਕਹਿੰਦੇ। ਸਮਝ ਆ ਗਈ? ਔਰ ਇਹਦਾ ਆਰਡਰ ਉਹੀ ਹੋਏਗਾ ਜਿਹੜਾ ਇਹਨਾਂ ਦਾ ਹੋਏਗਾ। ਪੱਲੇ ਪੈ ਗਈ? समझ आ गई? ठीक है ना? तो एस आ जो मैट्रिक्स है ये उपर स्टैरिक साइन शो किया, कंपलैक्स कंजूगेट यदा ही है एस का। आई इतने यूनिटरी मैट्रिक्स है जिन्होंने आइडेंटिटी मैट्रिक्स भी कहते हैं, जिसका ऑर्डर भी सेम है ये वांग ही एस वांग ही, मतलब पहले जिन्ना जो आ मैट्रिक्स है। तो दूसरी गल है भी प्रोडक्ट ऑफ एनी कॉलम ऑफ एस मैट्रिक्स। आ जो एस मैट्रिक्स है यदा कोई एक कॉलम
ਇਹਦਾ ਇੱਕ ਕਾਲਮ ਤੇ ਦੂਜਾ ਕੰਪਲੈਕਸ ਕੰਜੂਗੇਟ ਜਿਹੜਾ ਨਾਲ ਦਾ ਉਹਦਾ ਕੋਈ ਦੂਜਾ ਕਾਲਮ। ਪ੍ਰੋਡਕਟ ਆਫ ਐਨੀ ਕਾਲਮ ਆਫ ਐਸ ਮੈਟ੍ਰਿਕਸ ਵਿਦ ਦੀ ਕੰਪਲੈਕਸ ਕੰਜੂਗੇਟ ਆਫ ਐਨੀ ਅਦਰ ਕਾਲਮ ਉਹ ਕੀ ਆ, ਜ਼ੀਰੋ। ਯਾਦ ਰੱਖਣਾ ਹੈ, ਠੀਕ ਹੈ ਨਾ। ਹਲੋ, ਸੁਣਦੇ ਆ? ਕੋਈ ਜਵਾਬ ਜੋ ਨਹੀਂ ਆਉਂਦਾ ਬੱਚਿਆਂ ਕੋਲ हाँ जी सर, हाँ जी सर, ਹੈ? 6-7 ਬੱਚੇ हाँ जी सर, सुनते पे हैं। ਤੁਹਾਡਾ ਜਵਾਬ ਨਹੀਂ ਆਉਂਦਾ ਮੈਨੂੰ। हाँ जी सर, ਹਾਂ ਵਿੱਚ हाँ जी ਬੋਲਿਆ ਕਰ, सर। ਤੂੰ ਸੋਤਿਆ ਹੁਣ ਲੇਟ ਕਿਉਂ ਆਇਆ ਹੈ? ਅੱਛਾ, ਜਿੱਥੇ ਤੱਕ ਮਾਈਕ੍ਰੋਵੇਵ ਪੈਸਿਵ ਕੰਪੋਨੈਂਟਸ ਦੀ ਗੱਲ ਕਰਦੇ, ਪੈਸਿਵ ਕੰਪੋਨੈਂਟ ਦਾ ਮਤਲਬ ਜਿਹੜੇ એનર્ਜੀ ਲੈਂਦੇ ਆ ਆਪਸ ਵਿੱਚ, ਠੀਕ ਹੈ, ਡਿਵਾਈਸ। ਮਾਈਕ੍ਰੋਵੇਵ ਸਿਸਟਮਸ ਐਂਡ ਡਿਵਾਈਸਿਸ ਕੈਨ ਬੀ ਡਿਜ਼ਾਈਨਡ ਯੂਜ਼ਿੰਗ ਸੋਰਸ ਐਂਡ ਲੋਡ। ਓਬਵੀਅਸਲੀ ਸਿਸਟਮ ਤੇ ਡਿਵਾਈਸਿਸ ਨੂੰ ਸੋਰਸ ਤੇ ਲੋਡ ਨਾਲ ਡਿਜ਼ਾਈਨ ਕਰ ਸਕਦੇ ਆ, ਔਰ ਉਹਨਾਂ ਕੋਲ ਵਿੱਚ ਇਨਕਲੂਡ ਕੀ ਆ, ਸੈਕਸ਼ਨਸ ਆਫ ਵੇਵ ਗਾਈਡਸ, ਕੋਐਕਸ਼ੀਅਲ ਲਾਈਨਸ, स्ट्रिप लाइंस एंड यूज ऑफ फ्राइड्स इन वेवगाइड सेक्शंस, ठीक है ना। अभी all these components must be built with the low standing wave ratio। तो जिन्ने भी सारे कंपोनेंट्स हैं इन्होंने काहदे नाल बनना है, काहदे नाल बने होने चाहिए, उन्हां दी स्टैंडिंग वेव रेशियो लो होनी चाहिए, लो अटेन्यूएशन होनी चाहिए, लो इंसर्शन। यानी ये चीज़ां जो असीं इंसर्ट करिए सिस्टम डिज़ाइन करन वेले, बनाउण वेले, ते इन्हां दे डिज़ाइन करन नाल इन्हां दे यानी इंसर्शन दे नाल लॉस घट होना चाहिए, ठीक है। लो अटेन्यूएशन होवे, लो इंसर्शन लॉस होवे, और इन्हां दे ऐड करन दे नाल, इंसर्ट करन दे नाल एंड डिजायरेबल करैक्टरिस्टिक्स टू अचीव द डिजायर्ड ट्रांसमिशन ऑफ द माइक्रोवेव सिग्नल। ओबवियसली ਜਿਹੜਾ ਵੀ ਮਾਈਕ੍ਰੋਵੇਵ ਸਿਸਟਮ ਹੈ ਉਤੋਂ ਅਸੀਂ ਜਿਹੜੀ ਇਨਪੁਟ ਦਿੰਦੇ ਆ, ਔਰ ਇਹ ਨਾ ਆ ਜਿਹੜੇ ਸੈਕਸ਼ਨਸ ਆ ਇਹਨੂੰ ਜਦੋਂ ਅਸੀਂ ਇਨਕਲੂਡ ਕਰਦੇ ਆ, ਇਹਦੇ ਇਨਕਲੂਡ ਕਰਨਾ ਸਿਸਟਮ ਦੀ ਜਿਹੜੀ ਕਰੈਕਟਰਿਸਟਿਕਸ ਆ ਉਹ 'ਚ ਕੋਈ ਫਰਕ ਨਾ ਪਵੇ, ਉਹਦੀ ਪਰਫਾਰਮੈਂਸ 'ਚ ਕੋਈ ਫਰਕ ਨਾ ਪਵੇ, ਕੋਈ ਲॉस ਜਾਂ ਇਦਾਂ ਦੀ ਕੋਈ ਚੀਜ਼ ਇੰਟਰੋਡਿਊਸ ਨਾ ਹੋਵੇ, एंटर ना हो। समझ आ गई, पता लग गया, ठीक है। रेक्टेंगुलर एंड सर्कुलर वेव गाइड्स एक ही ने वी हैव ऑलरेडी डिस्कस्ड इन द प्रीवियस चैप्टर। अब पहले रेक्टेंगुलर ते सर्कुलर वेव गाइड कर ले, ये भी उदा ही पार्ट है पैसिव कंपोनेंट का। तो इन दिस चैप्टर वी विल फोकस ऑन द बेसिक प्रिंसिपल्स ऑफ नंबर ऑफ मोस्ट कॉमनली। ਉਹਦੀ शादी हुई मैंने पता लग गया है ना, थैंक यू, थैंक्स बेटे, बस हम किन्नी की लेनी है, हाल हो गए, थैंक यू, ओके, ठीक है। ऑल दीज इन दिस चैप्टर वी विल फोकस ऑन द बेसिक प्रिंसिपल्स फॉर ए नंबर ऑफ मोस्ट कॉमनली यूज्ड डिवाइसेस एंड कंपोनेंट्स। वो किहड़े ने, ਅਸੀਂ ਇਸ ਚੈਪਟਰ ਵਿੱਚ ਕਿਹੜੇ ਕੰਪੋਨੈਂਟ ਜਾਂ ਡਿਵਾਈਸਿਸ ਤੇ ਫੋਕਸ ਕਰਨਾ, ਟੀ ਜੰਕਸ਼ਨਸ ਤੇ। ਟੀ ਜਿਹੜੀ ਜਿੱਦਾਂ ਇੰਗਲਿਸ਼ ਦਾ ਲੈਟਰ ਹੈ ਨਾ ਟੀ, ਇੱਥੇ ਵੀ ਟੀ ਬਣੂਗੀ, ਮੈਂ ਤੁਹਾਨੂੰ ਦੱਸਦਾ। ਉਹਦੇ ਵਿੱਚ ਜੰਕਸ਼ਨ ਕੀ, ਜੰਕਸ਼ਨ ਉਹ ਬਣਦਾ ਜਦੋਂ ਇੱਕ ਤੋਂ ਵੱਧ, ਜਿੱਦਾਂ ਰੇਲਵੇ ਜਲੰਧਰ ਦਾ ਜੰਕਸ਼ਨ ਹੈ, ਇਹ ਕਿੱਦਾਂ ਜੰਕਸ਼ਨ ਬਣਦਾ, ਇੱਥੇ ਪਠਾਨਕੋਟ ਦੀ ਵੀ ਲਾਈਨ ਆਉਂਦੀ, ਰੇਲਵੇ ਲਾਈਨ, ਨਕੋਦਰ ਤੋਂ ਵੀ ਆਉਂਦੀ ਆ, ਫਿਰੋਜ਼ਪੁਰ ਵਾਲੀ ਵੀ ਆਉਂਦੀ ਆ ਜਿਹੜੀ ਬਾਇਆ ਕਪੂਰਥਲਾ, ਅੰਮ੍ਰਿਤਸਰ ਤੋਂ ਵੀ ਆਉਂਦੀ ਆ, ਉਧਰੋਂ ਲੁਧਿਆਣੇ ਵੀ ਆਉਂਦੀ ਆ, तो इधरों हुशियारपुर तो भी आती है, सारे का एक जंक्शन बन गया ना। हेलो, हाँ जी सर, ਜਦੋਂ ਜਿਹੜੀ ਵੀ ਡਿਵਾਈਸ ਹੈ ਜਦੋਂ ਉਤੋਂ ਇੱਕ ਪੋਰਟ ਤੋਂ ਵੱਧ ਆ ਉਹਦਾ ਜੰਕਸ਼ਨ ਬਣ ਜਾਂਦਾ। ਟੀ ਜੰਕਸ਼ਨ ਕੀ ਆ, ਫਿਰ ਡਾਇਰੈਕਸ਼ਨਲ ਕਪਲਰਸ ਕੀ ਆ, ਜਾਨੀ ਜਿਹੜੀ ਅਸੀਂ ਮਾਈਕ੍ਰੋਵੇਵ એનર્ਜੀ ਨੂੰ ਪ੍ਰੋਪੀਗੇਟ ਕਰਨਾ ਉਹ ਕਿਸ ਡਾਇਰੈਕਸ਼ਨ 'ਚ ਪ੍ਰੋਪੀਗੇਟ ਕੀਤੀ, ਕੀ ਡਾਇਰੈਕਸ਼ਨ ਆ ਉਹਦੀ, ਕਿੰਨੀ ਮੈਕਸਿਮਮ ਪਾਵਰ ਉਧਰ ਕਪਲ ਹੋਈ, ਬਾਕੀ ਜਗ੍ਹਾ ਕਿੰਨੀ ਕਪਲ ਹੋਈ। ਅੱਛਾ, એનર્ਜੀ ਨੂੰ ਜਦੋਂ ਆਪਾਂ ਘਰਾਂ ਦੇ ਵਿੱਚ ਸਾਡੇ ਟੈਪਸ ਲੱਗੀਆਂ ਪਾਣੀ ਵਾਲੀਆਂ, ਪਾਈਪ ਫਿਟਿੰਗ ਕੀਤੀ ਹੁੰਦੀ, ਸੀਪੀ ਫਿਟਿੰਗ ਕੀਤੀ ਨਾ, ਜਿਹਦਾ ਵਾਸ਼ ਬੇਸਨ ਹੈ, ਟੈਪਸ ਤੋਂ, ਜਿੱਦਾਂ ਉਹ ਜਦੋਂ ਪਲੰਬਰ ਤੋਂ ਤੁਸੀਂ ਪਲੰਬਿੰਗ ਕੰਮ ਕਰਵਾਉਂਦੇ ਆ ਪਾਈਪ ਫਿਟਿੰਗ ਦਾ, ਉਹ ਤੁਹਾਨੂੰ ਆਰਡਰ ਦਿੰਦਾ ਵੀ ਨਿਪਣਾ ਲੈ ਆਓ, ਬੈਂਡ ਲੈ ਆਓ, ਟੀਆਂ ਲੈ ਆਓ, ਠੀਕ ਹੈ ਨਾ, ਇਦਾਂ ਕਹਿੰਦਾ ਨਾ। ਕਾਹਦੇ ਲਈ ਕਹਿੰਦਾ ਭਲਾ, ਕਿਉਂ ਕਹਿੰਦਾ ਉਹ, ਹੈਲੋ, ਕਿਉਂ ਕਹਿੰਦਾ ਉਹ ਤੁਹਾਨੂੰ ਬੈਂਡ ਲਿਆਉਣ ਨੂੰ, ਟੀ ਲਿਆਉਣ ਨੂੰ, ਜੰਕਸ਼ਨ ਲਿਆਉਣ ਨੂੰ, ਨਿੱਪਲ ਲਿਆਉਣ ਨੂੰ, ਜੂਨੀਅਨ ਲਿਆਉਣ ਨੂੰ, ਕਿਉਂ ਕਹਿੰਦਾ ਉਹ, हेलो बोलो जी सर, क्यों कहता। ओए ओए मैं देखा तुम बंद रही हाँ, इन्नी किताब पढ़ाती है बेटे, वो इस करके कहता कि जो पानी का फ्लो आ वो अपन इको डायरैक्शन च चाहिए या अलग अलग च भी चाहिए, बोलो। अलग अलग सर,
हाँ अलग अलग इदां ही जी माइक्रोवेव एनर्जी आ वेवगाइड ਵਿੱਚ ਜਦੋਂ ਪ੍ਰੋਪੇਗੇਟ ਕਰੇਗੀ ਤੇ ਅਸੀਂ ਉਹਨੂੰ ਉੱਥੇ ਅਸੀਂ ਕਿਸੇ ਹੋਰ ਪਾਸੇ ਨੂੰ ਭੇਜਣਾ ਇੱਧਰ ਨੂੰ ਭੇਜਣੀ એનર્ਜੀ ਉਧਰ ਨੂੰ ਉਹਦੇ ਲਈ ਬੈਂਡ ਚਾਹੀਦੇ ਆ ਕਾਰਨਰ ਚਾਹੀਦੇ ਆ ਅਟੈਨੂ ਠੀਕ ਹੈ ਬੈਂਡਸ ਤੇ ਕਾਰਨਰਸ ਕੀ ਨੇ ਇਹ ਵੀ ਆਪਾਂ ਪੜਾਂਗੇ ਅਟੈਨੂਏਸ਼ਨ ਕੀ ਆ ਵੀ ਜਿੰਨੀ ਅਟੈਨੂਏਸ਼ਨ ਦਾ ਮਤਲਬ ਅਟੈਨੂਏਸ਼ਨ ਪ੍ਰੋਵਾਈਡ ਕਰਨੀ ਵੇਰੀਏਬਲ ਅਟੈਨੂਏਸ਼ਨ ਵੀ ਹੋ ਸਕਦੀ ਜਿੱਦਾਂ ਮਾਈਕ੍ਰੋਵੇਵ ਬੈਂਚ ਦੇ ਵਿੱਚ ਅਟੈਨੂਏਟਰ ਲੱਗਾ ਮੈਚ ਟਰਮੀਨੇਸ਼ਨ ਕੀ ਮਾਈਕ੍ਰੋਵੇਵ ਬੈਂਚ ਦੇ ਵਿੱਚ ਮੈਚ ਟਰਮੀਨੇਸ਼ਨ ਦਾ ਮਤਲਬ ਜਿਹੜੀ ਸੋਰਸ ਤੋਂ ਆ ਰਹੀ ਆ એનર્ਜੀ ਜਿੱਦਾਂ ਆਪਾਂ ਤੁਸੀਂ ਐਨਐਫਟੀਐਲ ਚ ਪੜਿਆ ਹੋਣਾ ਸਿਮੈਟ੍ਰਿਕਲ ਨੈਟਵਰਕ ਵੀ ਸੋਰਸ ਕੋਲੋਂ ਲੋਡ ਵੱਲ ਜਾਂਦਾ ਤੇ ਲੋਡ ਜਿਹੜਾ ਆ ਉਹ ਕਰੈਕਟਰਿਸਟਿਕ ਇੰਪੀਡੈਂਸ ਆ ਉਹਨੂੰ ਅਸੀਂ ਮੈਚ ਟਰਮੀਨੇਸ਼ਨ ਕਹਿੰਦੇ ਆ तो मैच टर्मिनेट मतलब जो सोर्स तो आई जिन्नी पावर है वो सारी उधर करैक्टली टर्मिनेट होगा उधर उस लोड के विच करैक्टली टर्मिनेट जिहड़ा सॉरी फार एंड है वो करैक्टली टर्मिनेशन जो होएगी तो ही सोर्स वाली जी पावर है सारी वो लोड वेले सानू अवेलेबल होएगी जानी लोड उन्होंने अब्जॉर्ब कर लेगा फिर ट्विस्ट जानी पहला असी सपोज 90 डिग्री ते पावर नूं दिता फिर असी 45 ते उन्होंने ट्विस्ट करना या 90 डिग्री वर्टिकल ते असी उन्होंने 90 डिग्री हॉरिजेंटल ते ट्विस्ट करना ਉੱਥੇ ਟਵਿਸਟ ਚਾਹੀਦਾ ਡਿਟੈਕਟਰ ਮਾਊਂਟ ਕੀ ਹੈ ਜਿੱਦਾਂ ਆਪਾਂ ਡਿਟੈਕਟਰ ਮਾਊਂਟ ਆ ਜਿਹੜਾ ਮਤਲਬ ਜਿਹਦੇ ਉੱਪਰ ਅਸੀਂ PIN ਉਹ ਡਾਇਓਡ ਲਗਾ ਦੇਈਦਾ ਇਹਦਾ ਜਿਹੜਾ ਮਾਈਕ੍ਰੋਵੇਵ ਡਾਇਓਡ ਹੈ ਉੱਥੇ ਉਹਦੇ ਉੱਪਰ ਅਸੀਂ ਲਗਾ ਕੇ ਆਊਟਪੁੱਟ ਲੈ ਲੈਂਦੇ ਹਾਂ ਸਲੋਟਰ ਸੈਕਸ਼ਨ ਕੀ ਆ ਇਹ ਵੀ ਇੱਕ ਐਸਾ ਸੈਕਸ਼ਨ ਆ ਗਾਂ ਦੱਸੂਗਾ ਤੁਸੀਂ ਜਦੋਂ ਮਾਈਕ੍ਰੋਵੇਵ ਬੈਂਚ ਤੇ ਪ੍ਰੈਕਟੀਕਲ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਇਹਦੇ ਵਿੱਚ ਇੱਕ ਲੀਨੀਅਰ ਸਕੇਲ ਹੁੰਦੀ ਆ ਇਹ ਮੂਵ ਕਰਦਾ ਇਹਦੇ ਵਿੱਚ वेवगाइड ਦੇ ਉਹਦੇ ਵਿੱਚ ਜਿਹੜਾ ਵਿੱਚ ਵਾਲਾ ਪਾਰਟ ਹੈ ਉਹ 'ਚ ਇੱਕ ਸਲੋਟਿੰਗ ਜੀ ਬਣਾਈ ਹੁੰਦੀ ਜਾਨੀ ਉਹਦੇ ਵਿੱਚ ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡ ਦੀ ਜਿਹੜੀ ਸਟਰੈਂਥ ਆ ਉਹ ਵੇਰੀ ਕਰਦੀ ਆ ਉਹਦੇ ਰੋਟੇਟ ਕਰਨ ਦੇ ਨਾਲ ਕਿਤੇ ਮੈਕਸਿਮਮ ਬਣਦਾ ਕਿਤੇ ਮਿਨੀਮਮ ਬਣਦਾ ਕਲੀਅਰ ਫਿਰ ਫਰਾਈਟ ਡਿਵਾਈਸਸ ਹੈ ਉਹ ਅਸੀਂ ਆਈਸੋਲੇਟਰ ਵਿੱਚ ਸਰਕੂਲੇਟਰ ਵਿੱਚ ਜਾਂ ਡੁਪਲੈਕਸਰ ਵਿੱਚ ਯੂਜ਼ ਕਰਾਂਗੇ ਠੀਕ ਹੈ ਆਈਸੋਲੇਟਰ ਸਰਕੂਲੇਟਰ ਇਵਨ ਜਾਇਰੇਟਰ ਵੀ ਆ ਤੇ ਉਸ ਤੋਂ ਬਾਅਦ ਕੋਐਕਸ਼ਲ टू वेवगाइड अडाप्टर यानी कोएक्शियल नूं वेवगाइड अडाप्टर नाल जोड़ना ठीक है फिर असीं उत्थों आउटपुट लैनी ये सारियां चीज़ां असीं इस चैप्टर दे विच फोकस करांगे क्लीयर हो गई गल हेलो हाँ जी सर ठीक है अगे अगे हैगा भाई एक सेकंड ਹੁਣ ਆਪਾਂ ਮਾਈਕ੍ਰੋਵੇਵ ਜੰਕਸ਼ਨ ਦੀ ਗੱਲ ਕਰਦੇ ਸੌਰੀ ਮਾਈਕ੍ਰੋਵੇਵ ਜੰਕਸ਼ਨ ਕੀ ਨੇ ਮਾਈਕ੍ਰੋਵੇਵ ਜੰਕਸ਼ਨ ਦੇ ਵਿੱਚ ਮੈਂ ਪਹਿਲਾਂ ਗੱਲ ਕੀਤੀ ਟੀਆਂ ਦੀ ਟੀ ਜੰਕਸ਼ਨ ਦੀ ਆਪਾਂ ਗੱਲ ਕਰਨੀ ਇਹਦੇ ਵਿੱਚ ਆਪਾਂ ਐਚ ਪਲੇਨ ਟੀ ਈ ਪਲੇਨ ਟੀ ਫਿਰ ਦੋਨਾਂ ਨੂੰ ਕੰਬਾਈਨ ਕਰ ਦੇਣਾ ਈ ਤੇ ਐਚ ਨੂੰ ਈ ਐਚ ਪਲੇਨ ਟੀ ਵੀ ਕਹਿੰਦੇ ਇਹਨੂੰ ਹਾਈਬ੍ਰਿਡ ਟੀ ਵੀ ਕਹਿੰਦੇ ਇਹਨੂੰ ਮੈਜਿਕ ਟੀ ਵੀ ਕਹਿੰਦੇ ਸਮਝ ਆ ਗਈ ਦੋਨੋਂ ਪਲੇਨ ਵਾਲੀਆਂ ਟੀਆਂ ਨੂੰ ਅਸੀਂ ਕੰਬਾਈਨ ਕਰਕੇ ਈ ਐਚ ਪਲੇਨ ਟੀ ਬਣਾ ਲਈ ਉਹਦਾ ਇੱਕ ਜੰਕਸ਼ਨ ਬਣ ਗਿਆ ਕੱਲੀ ਐਚ ਪਲੇਨ ਦਾ ਟੀ ਜੰਕਸ਼ਨ ਕਿਦਾਂ ਦਾ ਬਣਿਆ ਈ ਪਲੇਨ ਦਾ ਟੀ ਜੰਕਸ਼ਨ ਕਿਦਾਂ ਦਾ ਇਹ ਚ ਵੋਲਟੇਜ ਤੇ ਕਰੰਟ ਦੀ ਕੀ ਪੋਜੀਸ਼ਨ ਹੈ ਇਹਦੇ ਵਿੱਚ ਵੋਲਟੇਜ ਤੇ ਕਰੰਟ ਦੀ ਕੀ ਪੋਜੀਸ਼ਨ ਹੈ ਇਹਦੇ ਵਿੱਚ ਵੋਲਟੇਜ ਤੇ ਕਰੰਟ ਦੀ ਕੀ ਪੋਜੀਸ਼ਨ ਹੈ ਇਹਨੂੰ ਹਾਈਬ੍ਰਿਡ ਵੀ ਕਹਿੰਦੇ ਆ ਜਾਂ ਮੈਜਿਕ ਟੀ ਜੰਕਸ਼ਨ ਕੀ ਇਸ ਤੋਂ ਬਾਅਦ ਰੈਟ ਰੇਸ ਜੰਕਸ਼ਨ ਕੀ ਆ ਉੱਪਰ ਵਾਲੇ ਤਿੰਨ ਜਿਹੜੇ 1 2 3 ਇਹ ਤੁਹਾਡੇ ਸਿਲੇਬਸ ਹੈ ਕਲੀਅਰ ਯੈਸ ਸਰ ਅੱਛਾ ਗੱਲ ਇਹਦੀ ਆਪਾਂ ਕਰਦੇ ਆ ਇਹ ਕਹਿੰਦਾ ਕੀ ਉਹਨਾਂ ਨੂੰ ਠੀਕ ਹੈ ਇਹ ਹੈਗੇ ਨੇ waveguide junctions play an important role junctions role in microwave techniques ਕਿਦਾਂ most commonly used are E plane T ਇਹਨੂੰ ਅਸੀਂ series T ਵੀ ਕਹਿੰਦੇ ਆ E plane ਤੇ H plane ਨੂੰ ਅਸੀਂ shunt T ਵੀ ਕਹਿੰਦੇ ਆ ਤੇ ਐਂਡ ਜਿਹੜਾ ਦੋਨਾਂ ਦਾ ਕੰਬੀਨੇਸ਼ਨਸ ਹੈ ਕੰਬੀਨੇਸ਼ਨ ਆਫ T ਮਤਲਬ that is waveguides T's are used to ਜਾਂ ਇਹਨਾਂ ਦੇ ਕੰਬੀਨੇਸ਼ਨ ਨੂੰ ਵੀ ਅਸੀਂ ਕਹਿੰਦਾ ਜਿਹੜਾ ਮਾਈਕ੍ਰੋਵੇਵ ਟੈਕਨੀਕਸ ਆ ਜਿਹੜਾ ਜੰਕਸ਼ਨ ਹੈ ਉਹ ਕੱਲੀ ਏ ਪਲੇਨ ਟੀ ਜਿਹਨੂੰ ਸੀਰੀਜ਼ ਟੀ ਵੀ ਕਹਿੰਦੇ ਐਚ ਪਲੇਨ ਟੀ ਜਾਂ ਅਸੀਂ ਕੰਬੀਨੇਸ਼ਨ ਵੀ ਯੂਜ਼ ਕਰ ਸਕਦੇ ਹਾਂ ਦੋਨਾਂ ਦਾ ਫਿਰ ਜਿਹੜੀਆਂ ਵੇਵਗਾਈਡ ਟੀਜ਼ ਹੈ ਇਹਦਾ ਮਕਸਦ ਕੀ ਆ ਕਾਹਦੇ ਲਈ ਯੂਜ਼ ਕਰਦੇ ਆ ਜਿਹੜੀ ਮਾਈਕ੍ਰੋਵੇਵ એનર્ਜੀ ਜਾਂ ਤਾਂ ਅਸੀਂ ਉਹਨੂੰ ਸਪਲਿਟ ਕਰਨਾ ਜਾਂ ਕੰਬਾਈਨ ਕਰਨਾ ਪਤਾ ਲੱਗ ਗਿਆ ਮਾਈਕ੍ਰੋਵੇਵ એનર્ਜੀ ਸਿਗਨਲਸ ਨੂੰ ਜਾਂ ਅਸੀਂ ਸਪਲਿਟ ਕਰਨਾ ਜਾਂ ਕੰਬਾਈਨ ਕਰਨਾ ਉਹ ਟੀਆਂ ਨੇ ਰੋਲ ਪਲੇ ਕਰਨਾ ਸੋ ਵੇਵਗਾਈਡ ਟੀਜ਼ ਆਰ ਯੂਜ਼ਡ ਫॉर द पर्पस ऑफ कनेक्टिंग ए ब्रांच सेक्शन ऑफ वेवगाइड इन सीरीज और पैरेलल with the main waveguide transmission line ਇੱਥੇ ਮੈਂ ਤੁਹਾਨੂੰ ਦੱਸੂਗਾ ਬ੍ਰਾਂਚ ਸੈਕਸ਼ਨ ਕੀ ਆ ਵੇਵਗਾਈਡ ਦਾ ਤੇ ਮੇਨ ਵੇਵਗਾਈਡ ਟਰਾਂਸਮਿਸ਼ਨ ਲਾਈਨ ਕਿਹੜੀ ਆ ਇੱਕ ਜੰਕਸ਼ਨ ਦੇ ਵਿੱਚ ਮੰਨ ਲਓ ਮੈਂ ਟੀ ਪਲੇਨ ਜੰਕਸ਼ਨ ਈ ਪਲੇਨ ਜੰਕਸ਼ਨ ਲੈ ਲਿਆ ਈ ਪਲੇਨ ਜੰਕਸ਼ਨ ਲੈ ਲਈ ਈ ਪਲੇਨ ਟੀ ਲੈ ਲਈ ਜਾਂ ਐਚ ਪਲੇਨ ਟੀ ਲੈ ਲਈ ਉਹਦੇ ਵਿੱਚ ਬ੍ਰਾਂਚ ਸੈਕਸ਼ਨ ਕੀ ਆ ਤੇ ਮੇਨ ਵੇਵਗਾਈਡ ਕੀ ਆ ਉਹ ਮੈਂ ਦੱਸਦਾ ਤੁਹਾਨੂੰ ਹੁਣੇ
ठीक है। अच्छा जी, कहना these are used to split a signal into 2 or 3 components or to combine 2 or more signal powers into one in a waveguide with proper coordination of it। ਜਾਂ ਤਾਂ એનર્ਜੀ ਸਪਲਿਟ ਹੋਗੀ ਜਾਂ ਕੰਬਾਈਨ ਹੋਏਗੀ। ਸਪਲਿਟ ਜੇ ਹੋਣੀ ਆ 2 ਜਾਂ 3 ਕੰਪੋਨੈਂਟ ਵਿੱਚ ਵੀ ਹੋ ਸਕਦੀ ਸਪਲਿਟ। ਜੇ ਕੰਬਾਈਨ ਹੋਣੀ ਆ 2 ਜਾਂ 3 ਕੰਪੋਨੈਂਟ ਦੀ ਪਾਵਰ ਜਿਹੜੀ ਕੰਬਾਈਨ ਹੋ ਸਕਦੀ ਆ ਕਾਹਦੇ ਵਿੱਚ, ਇੱਕ ਚ, ਇਨਟੂ ਏ ਵੇਵਗਾਈਡ। ਪਰ ਫੇਸ ਦੀ ਕੋਆਰਡੀਨੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ, ਜਿਹੜੇ ਉਹਨਾਂ એનર્ਜੀਜ਼ ਦੇ ਫੇਜ਼ ਨੇ ਨਾ ਉਹਦੀ ਕੋਆਰਡੀਨੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ। ਟੀ ਜੰਕਸ਼ਨ ਇਜ਼ ਐਨ ਇੰਟਰਕਨੈਕਸ਼ਨ ਆਫ 3 ਵੇਵਗਾਈਡਸ, 3 ਵੇਵਗਾਈਡਸ ਦਾ ਇੰਟਰਕਨੈਕਸ਼ਨ ਹੈ। So in the form of English alphabet letter T, these 3 port networks are also called 3 dB power splitter। ਇਹ ਮੈਂ ਤੁਹਾਨੂੰ ਮੈਥਮੈਟੀਕਲੀ ਪ੍ਰੂਵ ਕਰਕੇ ਦਿਖਾਣਾ। ਤੇ ਜਿਹੜਾ ਵੇਵਗਾਈਡ ਟੀ ਜੰਕਸ਼ਨਸ ਹੈ ਇਹਨੂੰ ਕਿੱਦਾਂ ਕਲਾਸੀਫਾਈ ਕਰਦੇ ਆ ਮੈਂ ਦੱਸ ਹੀ ਦਿੱਤਾ। ਹੁਣ ਪਹਿਲਾਂ ਆਪਾਂ ਐਚ ਪਲੇਨ ਟੀ ਪੜਾਂਗੇ। ਐਚ ਪਲੇਨ ਟੀ ਕੀ ਆ, 4.7 A 7 B ਤੇ 4.7 C। ਪਹਿਲਾਂ ਇਹ ਡਾਇਗਰਾਮ ਦੇਖੋ, ਬਾਅਦ ਚ ਗੱਲ ਕਰ ਦਾਂਗਾ ਤੁਹਾਨੂੰ। ਆ ਦੇਖੋ 4.7 A ਆਇਆ, पोर्ट 1 पोर्ट 2 ਤੇ पोर्ट 3 ਪਈ ਪੱਲੇ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੇ ਡਾਇਰੈਕਸ਼ਨ, पोर्ट 1 पोर्ट 2। ਹੁਣ ਇਹਦੇ ਵਿੱਚ ਦੇਖਿਆ ਜਾਵੇ ਤੇ ਆ ਮੇਨ ਵੇਵਗਾਈਡ ਆ ਬ੍ਰਾਂਚ ਹੈ, ਕਲੀਅਰ, ਠੀਕ ਹੈ। ਔਰ ਇਹ ਤਾਂ ਸੀਗਾ ਉਹਦੀ ਕੰਸਟਰਕਸ਼ਨ, ਇਹ ਉਹਦਾ ਇਕੁਇਵਲੈਂਟ ਸਰਕਟ ਹੈ, ਇਲੈਕਟ੍ਰੀਕਲ ਇਕੁਇਵਲੈਂਟ ਸਰਕਟ। ਆ ਦੇਖੋ, ਕਿਉਂਕਿ ਸਾਨੂੰ ਪਤਾ ਹੈ ਇਹਨਾਂ ਵਿੱਚ ਇੰਡਕਟੈਂਸ ਜਾਂ ਕਪੈਸਿਟੈਂਸ ਆ ਜਾਣੀ ਹੈ, ਇਹ ਤੁਹਾਨੂੰ ਯਾਦ ਹੀ ਕਰਨਾ ਪੈਣਾ। पोर्ट 1 पोर्ट 2 ਤੇ ਉਹ पोर्ट 3, ਪਤਾ ਲੱਗ ਗਿਆ। ਹੁਣ ਦੇਖੋ ਇਧਰ ਦੇਖੋ ਗੱਲ ਕੀ ਹੈ, ਜੇ ਮੰਨ ਲਓ पोर्ट 3 ਤੋਂ ਪਾਵਰ ਅਸੀਂ ਸਪੋਜ਼ ਐਂਟਰ ਕੀਤੀ ਤੇ ਇਕੁਅਲ ਪਾਵਰ ਜਿਹੜੀ ਆ ਇਹਦੇ ਵਿੱਚ ਉਹ ਬਾਹਰ ਆਏਗੀ पोर्ट 1 ਤੋਂ ਤੇ पोर्ट 2 ਤੋਂ। ਆ ਪਾਵਰ पोर्ट 3 ਜਿਹੜੀ ਆ ਇੱਥੋਂ ਪਾਵਰ ਅਸੀਂ ਦੇਣੀ ਹੈ ਇਹਨੂੰ, ਜਾਨੀ ਇਸ पोर्ट ਨੂੰ ਐਨਰਜਾਈਜ਼ ਕਰ ਦਿੱਤਾ। ਜਦੋਂ ਇਹਨੂੰ ਐਨਰਜਾਈਜ਼ ਕਰਤਾ ਤੇ पोर्ट 1 ਤੇ पोर्ट 2 ਦੀ ਕਰੈਕਟ ਟਰਮੀਨੇਸ਼ਨ ਜਾਂ ਲੋਡ ਮੈਚਿੰਗ ਹੋਵੇ, ਜੇ ਇਨ ਫੇਸ ਇੱਥੋਂ એનર્ਜੀ ਨਿਕਲ ਜਾਣੀ ਬਾਹਰ। ਸਮਝ ਆ ਗਈ। ਆ ਦੇਖੋ ਪਹਿਲਾ ਉੱਪਰ ਵਾਲਾ ਐਚ ਪਲੇਨ ਵੇਵਗਾਈਡ ਟੀ ਜੰਕਸ਼ਨ, ਇਹਦੇ ਵਿੱਚ ਆ ਉੱਪਰ ਵਾਲਾ ਸਕੈਚ ਸੀ, ਦੂਜਾ ਉਹਦਾ ਇਕੁਇਵਲੈਂਟ ਸਰਕਟ ਸੀ, ਤੀਸਰੀ ਇੱਥੇ ਪਾਵਰਸ ਨੂੰ ਕਪਲ ਕਰਕੇ ਦਿਖਾਇਆ, ਠੀਕ ਹੈ। ਜਾਂ ਇਦਾਂ ਕਰ, ਆ ਦੇਖੋ ਇਦਾਂ ਕਰ ਲਓ, ਇਦਾਂ ਆ ਗਈ। ਜਿੱਦਾਂ ਹੁਣ ਮੰਨ ਲਓ पोर्ट 3 ਤੋਂ ਪਾਵਰ ਇੰਟਰ ਕਰ ਰਹੀ ਆ ਤੇ ਇਹ ਇਕੁਅਲ ਜਿਹੜੀ ਪਾਵਰ ਹੈ ਸਪਲਿਟ ਹੋ ਜਾਏਗੀ पोर्ट 1 ਤੇ पोर्ट 2 ਚ। ਸਮਝ ਆ ਗਈ। ਐਂਡ ਨਥਿੰਗ ਵਿਲ ਬੀ ਰਿਫਲੈਕਟਡ ਬੈਕ ਟੂ पोर्ट 3। ਇੱਧਰ ਨੂੰ ਕੁਝ ਨਹੀਂ, ਵਾਪਸ ਕੁਝ ਨਹੀਂ ਆਉਣਾ, ਐ ਨੂੰ ਹੀ ਆਉਣਾ, ਠੀਕ ਹੈ। ਤੇ ਜੇ पोर्ट, ਹਾਂ ਹੁਣ ਆ पोर्ट 2 ਆ, ਉਹ पोर्ट 1 ਆ। ਇਹਦੇ ਆ ਦੇਖੋ ਵੇਵਗਾਈਡ ਦਿੱਤਾ, ਇਹਦੇ ਬ੍ਰੌਡਰ ਡਾਇਮੈਂਸ਼ਨ A ਤੇ ਨੈਰੋ ਡਾਇਮੈਂਸ਼ਨ B। ਤੁਸੀਂ ਹੁਣ ਨੋਟ ਕਰੋ, ਆ ਜਿਹੜੀ ਆ ਡਾਟਡ ਜਿਹਾ ਸੈਕਸ਼ਨ ਸ਼ੋ ਕੀਤਾ ਉਹ ਉੱਪਰ ਵਾਲਾ, तो आ जड़ा वेवगाइड आ पूरा पोर्ट 1 ਤੇ पोर्ट 2 ਨੂੰ ਜਿਹੜਾ ਇਦਾਂ ਮਿਲ ਕੇ ਬਣਦਾ, ਇਹਨੂੰ ਅਸੀਂ ਮੇਨ ਵੇਵਗਾਈਡ ਜਾਂ ਕੋਪਲੇਨਰ ਵੇਵ ਆਰਮਸ ਵੀ ਬੋਲਦੇ ਹਾਂ। ਜਾਨੀ 1 ਤੇ 2 ਜਿਹੜੀਆਂ ਕੋਪਲੇਨਰ ਆਰਮਸ ਨੇ, ਜਾਨੀ ਇਸ ਨੂੰ ਮੇਨ ਵੇਵਗਾਈਡ ਬੋਲਦੇ, ਠੀਕ ਹੈ। ਤੇ ਆ ਜਿਹੜਾ ਦਿਖਾਇਆ मतलब इन्नी पार्ट जी चीज़ है, ये प्लेन ऑफ सिमिट्री है, सिमिट्री है, प्लेन ऑफ सिमिट्री। जिन्नी एनर्जी है ना उन्नी एनर्जी जाए। और ये जी आर्म है, आ जी आर्म है, इनू असी एच आर्म भी कहने या साइड आर्म भी कहने, या इनू असी एक्सुलरी आर्म भी कहने। क्लीयर? हेलो यस सर। बोलो, ओ बोलो बच्चे, हो बच्चे बोलते नहीं, किथे गए सर? बोलता रहे थे, बोलता रहे हैं आवाज सर। बिल्कुल नहीं आ रही बच्चे, जीरो भी नहीं आ रही। और तेरी आवाज आई है, ठीक है नहीं। ये एच प्लेन वेवगाइड टी जंक्शन है, ये मैं तुम्हें चारों चीज़ें दिखाती हैं, स्कैच, इक्विवेलेंट सर्किट, पावर्स की कपलिंग, और इस तो बाद यदी मेन वेवगाइड जिन्होंने असी कोपलेनर आर्म्स जिहदे दोनों है, प्लेन ऑफ सिमिट्री, पावर करंट फ्लो दिखाता जड़ा, ठीक है। नैरो डिमेंशन वेवगाइड के ब्रॉडर इदा ही, इधर ब्रॉडर तो नैरो। समझ आ गई। हुण पिछले पेज पर फिर चलते हैं। आ जाओ, कंस्ट्रक्शन दिखा ली, जिहदे विच आपां स्कैच दिखा लिया, इक्विवेलेंट सर्किट दिखा लिया, कपलिंग ऑफ पावर्स ऑफ एच प्लेन टी आर शोन इन द फॉलोइंग फिगर। इट इज क्लियर फ्रॉम द डायग्राम दैट एन एक्सुलरी वेवगाइड आर्म, यानी जी एच आर्म है, जिन्होंने साइड आर्म भी कहने, जिन 3 आर्म
3 नंबर आर्म भी कहने इज मेड फर्मली परपेंडिकुलर टू दी नैरो वाल ऑफ दी मेन वेव गाइड। इदा नहीं लगता कि ये चीज़ आ जी साइड आर्म है इन्होंने ऑक्सिलरी मेन वेव सॉरी मेन वेव गाइड दी आर्म्स दे 1 ते 2 आर्म्स दा ਉਹਦੇ ਉਹ परपेंडिकुलर है। So thus it is a 3-port device in which axis of symmetry in which axis of auxiliary ਜਿਹੜੀ side arm है ਉਹਦਾ axis is parallel to the planes of the magnetic field of the main guide। ਆ ਪੁਆਇੰਟ ਨੋਟ ਕਰਨਾ ਇਹਦੇ ਵਿੱਚ, ਜਾਨੀ ਜਿਹੜਾ ਇਹਦਾ ਐਕਸਿਸ ਹੈ ਸਾਈਡ ਆਰਮ ਦਾ ਜਿਹੜਾ ਐਕਸਿਸ ਹੈ this is parallel to the planes of magnetic field of the main waveguide। ਜਿਹੜਾ ਮੇਨ ਵੇਵਗਾਈਡ ਦੇ ਵਿੱਚ ਮੈਗਨੈਟਿਕ ਫੀਲਡ ਆ ਉਹਦੇ ਪਲੇਨਸ ਦੇ ਇਹ ਸਾਈਡ ਪੈਰਲਲ ਹੈ। ਕਪਲਿੰਗ ਫਰੋਮ ਦੀ ਮੇਨ ਗਾਈਡ ਟੂ ਦੀ ਬ੍ਰਾਂਚ ਗਾਈਡ ਇਜ਼ ਬਾਈ ਮੀਨਸ ਆਫ ਮੈਗਨੈਟਿਕ ਫੀਲਡ। ਮੰਨ ਲਓ ਮੇਨ ਵੇਵਗਾਈਡ ਤੋਂ ਜਿਹੜੀ ਬ੍ਰਾਂਚ ਵੇਵਗਾਈਡ ਨੂੰ ਕਪਲਿੰਗ ਹੋਣੀ ਆ ਉਹ ਬਾਈ ਮੀਨਸ ਆਫ ਮੈਗਨੈਟਿਕ ਫੀਲਡ ਆ, ਇਸ ਕਰਕੇ ਅਸੀਂ ਇਹਨੂੰ ਐਚ ਪਲੇਨ ਟੀ ਵੀ ਕਹਿੰਦੇ ਹਾਂ। ਠੀਕ ਹੈ, ਅੱਗੇ ਆ ਜਾਓ। As all the 3 arms of H plane T lies in the plane of a magnetic, देखो ना जी तीनों ही arms जिन्हें H plane T दियां they are lies in the plane of यार time बहुत थोड़ा magnetic field। The magnetic field divides itself into the arms। मतलब magnetic field तीनों arms ਦੇ ਵਿੱਚ ਆਪਣਾ divide ਕਰ ਲੈਂਦਾ। Therefore this is also called a current junction T, क्योंकि magnetic field current तो ही बनया ना basically। So perpendicular arm ਜਿਹੜੀ H arm side arm is generally taken as input। ਜੇ ਅਸੀਂ ਉੱਥੋਂ input and other ਜਿਹੜੀਆਂ ਦੋ arms ਆ ਉਹਨੂੰ ਅਸੀਂ arms in shunt to the input and hence it is called shunt T also। ਪੱਲੇ ਪੈ ਗਈ। Because of the symmetry of the T equivalent circuit ਜਿਹੜਾ H plane ਦਾ ਉਹ ਅਸੀਂ ਤੁਹਾਨੂੰ ਦਿਖਾਤਾ। ਉਹ ਵਿੱਚ ਜਿਹੜੇ ਵਿੱਚ ਇੰਡਕਟਰ ਹੈ ਕਪੈਸਿਟਰ ਹੈ ਮਤਲਬ ਵੈਨ ਹੁਣ ਉਹ ਇੱਕੋ ਗੱਲ ਕਹੀ ਜਦੋਂ ਪਾਵਰਸ ਕਹਿੰਦਾ H ਆਰਮ ਤੋਂ ਯਾਨੀ H ਆਰਮ ਤੋਂ ਸਾਈਡ ਆਰਮ ਤੋਂ ਆਕਸਿਲਰੀ ਆਰਮ ਤੋਂ ਐਂਟਰ ਕਰਦੀ ਆ ਕਾਹਦੇ ਵਿੱਚ ਇਨਟੂ ਦੀ 2 ਆਰਮਸ ਤੇ ਜਿਹੜੀਆਂ ਐਂਡ ਦੀ 2 ਆਰਮਸ 1 and 2 ਆਰ ਟਰਮੀਨੇਟਡ ਐਂਡ ਆਇਡੈਂਟੀਕਲ ਯਾਨੀ ਸੇਮ ਲੋਡ 1 ਤੇ 2 ਜੇ ਸੇਮ ਲੋਡ ਦੇ ਵਿੱਚ ਆਇਡੈਂਟੀਕਲ ਨੇ मतलब ਉਹਦੇ ਵਿੱਚ ਟਰਮੀਨੇਟਰ ਆਇਡੈਂਟੀਕਲ ਸੇਮ ਲੋਡ ਦੇ ਵਿੱਚ ਟਰਮੀਨੇਟਰ ਨੇ ਤੇ ਫਿਰ ਜਿਹੜੀ ਪਾਵਰ ਉਹਨਾਂ ਨੂੰ ਸਪਲਾਈ ਹੋਣੀ ਈਚ ਲੋਡ ਨੂੰ ਉਹ ਇਕੁਅਲ ਇਨ ਮੈਗਨੀਟਿਊਡ ਹੋਏਗੀ ਐਂਡ ਇਕੁਅਲ ਇਨ ਫੇਸ ਹੋਏਗੀ। ਕਲੀਅਰ ਹੋਈ ਗੱਲ ਵਿਦ ਈਚ ਅਦਰ, ਜਾਨੀ ਉਹਦਾ ਮੈਗਨੀਟਿਊਡ ਤੇ ਉਹਦਾ ਫੇਸ ਉਹਦਾ ਮੈਗਨੀਟਿਊਡ ਤੇ ਉਹਦਾ ਫੇਸ ਉਹ ਬਰਾਬਰ ਹੋਏਗਾ ਐਸ ਸ਼ੋਨ ਥਰੂ ਦੀ ਕਪਲਿੰਗ ਆਫ ਪਾਵਰਸ। ਸੋ ਮੀਨਸ ਪਾਵਰ ਕਮਸ ਥਰੂ ਇਨਪੁਟ ਪੋਰਟ 3 ਵਿਲ ਬੀ ਡਿਵਾਈਡਡ ਇਕੁਅਲੀ ਟੁਵਾਰड्स ਜਾਂ ਬਿਟਵੀਨ 1 and 2। ठीक है, बिटवीन ईच लोड विद सेम फेस। अदर हैंड्स की ये दूजे पासे इफ दी ये दूजे पासे ये कि जे 1 ते 2 तो पावर ਜਿਹੜੀ ਆ इक्वल आ देखना if for 2 signals of equal amplitude and in phase are fed into 2 ports 2 main arms ਯਾਨੀ 1 ਤੇ 2 ਨੂੰ ਜੇ ਦੂਜੇ ਸ਼ਬਦਾਂ 'ਚ ਇਹ ਕਹੀਏ ਵੀ 1 ਤੇ 2 ਤੋਂ ਇਕੁਅਲ ਐਂਪਲੀਟਿਊਡ ਵਾਲੀਆਂ ਪਾਵਰਸ ਤੇ ਪਲੱਸ ਉਹਨਾਂ ਦਾ ਫੇਸ ਵੀ ਸੇਮ ਹੋਵੇ ਤੇ ਫਿਰ ਤਿੰਨ ਦੇ ਵਿੱਚ ਜਾ ਕੇ ਉਹ ਐਡ ਹੋ ਜਾਣੀਆਂ ਐਡ ਟੂਗੇਦਰ। ਸਮਝ ਆ ਗਈ? ਇਸ ਕਰਕੇ ਜਿਹੜੀ ਪਾਵਰ 3 ਸਾਈਡ ਤੋਂ ਨਿਕਲੇਗੀ ਤੀਸਰੀ ਸਾਈਡ ਤੋਂ ਉਹ ਐਡ ਹੋ ਕੇ ਨਿਕਲ ਗਈ। ਇਸ ਕਰਕੇ ਕਈ ਵਾਰੀ ਅਸੀਂ ਇਹਨੂੰ ਐਚ ਪਲੇਨ ਐਡਰ ਵੀ ਬੋਲਦੇ ਹਾਂ। ਐਚ ਪਲੇਨ ਟੀ ਜਿਹੜੀ ਐਡਰ ਵੀ ਬੋਲਦੇ। ਸੋ ਐਚ ਪਲੇਨ ਟੀ ਜਿਹੜੀ ਹੈ ਐਡਰ ਦਾ ਰੋਲ ਨਿਭਾਏਗੀ। ਹੁਣ ਇਹਦੀਆਂ ਆਪਾਂ ਐਚ ਪਲੇਨ ਟੀ ਦੀਆਂ ਪ੍ਰੋਪਰਟੀ ਦੀ ਗੱਲ ਕਰਦੇ ਹਾਂ। 7.5 ਮਿੰਟ ਰਹਿ ਗਿਆ, ਕੋਈ ਨਹੀਂ। ਪ੍ਰੋਪਰਟੀਜ਼ ਆਫ ਐਚ ਪਲੇਨ ਟੀ ਆਰ ਕਰੈਕਟਰਾਈਜ਼ਡ ਬਾਈ ਸਿਮੈਟਰੀ ਸਕੈਟਰਿੰਗ ਐਸ ਪੈਰਾਮੀਟਰਸ। ਕਿੱਦਾਂ? ਕਿਉਂਕਿ 3 ਜੰਕਸ਼ਨ ਹੈ, 3 पोर्ट है, 3 पोर्ट है तो उन्हें ऑर्डर हो जाने ऑर्डर ऑफ स्कैटरिंग। तो 3 इनपुट्स है तो 3 पॉसिबल आउटपुट्स है तो यदा ऑर्डर जो 3/3 का बन जाना तो वो स्कैटरिंग मैटर 1 1 1 2 1 3 पहली। हाँ बच्चों, हेलो हेलो हाँ जी सर। हाँ जी जुड़ गए? हाँ जी सर। मैं दोबारा जाना पऊगा, मेरा नेट टुट गया सी बेटे। दोबारा जाना पऊगा या उतो स्टार्ट कर देवां? ना सर नहीं सर स्टार्ट कर दो, रिकॉर्डिंग हो रही है।
नहीं हुण कंटिन्यू रहेगी। हाँ अच्छा चलो एनीवे कितने मिनट रह गए, और ये दोबारा तो नहीं स्टार्ट हो गई? नहीं सर। चलो दे दे आप दे दें, लेट अस सी। ठीक है, ए एन बाई एन का ऑर्डर हो गया। ठीक है, तो विच नैट टुट जाता ना, इस करके प्रॉब्लम आई है। हुण इत्थे फॉर फाइंडिंग वेरियस एस पैरामीटर्स, जानी आप इतने आई भी 1 2 3 आ तो जे भी, मतलब जिन्नियां रोआं उन्ने कॉलम है, आई थ्रो जे कॉलम। ठीक है, तो असी ਸਕੈਟਰਿੰਗ ਪੈਰਾਮੀਟਰ ਦੀਆਂ ਪ੍ਰੋਪਰਟੀ ਲਗਾਉਣੀਆਂ। ਦੇਖੋ ਬਿਕੋਜ਼ ਆਫ ਦੀ ਪਲੇਨ ਆਫ ਸਿਮਟਰੀ ਆਫ ਦੀ ਜੰਕਸ਼ਨ ਸਕੈਟਰਿੰਗ ਕੋਐਫੀਸ਼ੀਐਂਟਸ 1 3 ਤੇ 2 3 ਮਸਟ ਬੀ ਇਕੁਅਲ। ਇਹਦਾ ਕੀ ਮਤਲਬ, ਮੈਂ ਦਿਖਾਣਾ ਤੁਹਾਨੂੰ ਇਹਦਾ ਕੀ ਮਤਲਬ। ਹੈਲੋ, ਇਹਦਾ ਮਤਲਬ ਇਹ ਆ, ਦੇਖੋ ਆ ਦੇਖੋ ਜਿੱਦਾਂ ਹੁਣ ਆ ਇਹ ਆ ਦੇਖੋ ਜਿੱਦਾਂ 1 ਵਿਦ ਰਿਸਪੈਕਟ ਟੂ 3 ਤੇ 2 ਵਿਦ ਰਿਸਪੈਕਟ ਟੂ 3 ਸਿਮਟਰੀ करके ये दोनों ए बराबर नहीं समझ आई। सिमिट्री करके ये चीज बराबर हो जानी, समझ आ गई? हेलो, बिकॉज ऑफ द प्लेन ऑफ सिमिट्री ऑफ द जंक्शन। हाँ जी सर। सुन रहे बच्चों? हेलो हाँ जी सर सुन रहे। हेलो सर हाँ, बिकॉज ऑफ हाँ जी, द हाँ जी। प्लेन ऑफ द सिमिट्री ऑफ द जंक्शन ਜਿਹੜੇ ਸਕੈਟਰਿੰਗ ਕੋਐਫੀਸ਼ੀਐਂਟ 1 ਵਿਦ ਰਿਸਪੈਕਟ ਟੂ 3 ਤੇ 2 ਵਿਦ ਰਿਸਪੈਕਟ ਟੂ 3 ये दोनों इक्वल हो जाने, यानी आ दोनों पैरामीटर आ दोनों स्कैटरिंग मैट्रिक्स इक्वल है। मान लो आ एलिमेंट्स इनू स्कैटरिंग कोएफिशिएंट भी कहंदा। मान लो यूजिंग सिमेट्रिक प्रॉपर्टी दा मान लो एस आई जे इज इक्वल टू एस जे आई, ते ये ते जे एस आई जे आई दे मान लो 1 2 दे ते 2 1 दे भी बराबर, 2 3 दे 3 2 दे भी बराबर, 2 3 दे 2 विद रिस्पेक्ट टू 3 ते 3 विद रिस्पेक्ट टू 2। आ देखो 2 विद रिस्पेक्ट टू 3 जेड़ा पहला किहदे बराबर है 1 विद रिस्पेक्ट टू 3 दे, तो ਇਹਦਾ मतलब आ दोनों पैरामीटर भी बराबर हो गए। क्लियर हो गई? तीनों ही बराबर हो गए। क्लियर? क्योंकि आ 1 विद रिस्पेक्ट टू 3 3 विद रिस्पेक्ट टू 1, जे 1 विद रिस्पेक्ट टू 3 आ तो 3 विद रिस्पेक्ट टू 1 भी तो सेम हो गया ना। ये सिमिट्री करके आ देखो। तो तीसरी गल ये है भी जी पोर्ट 3 है इट इज परफेक्टली मैच्ड टू द जंक्शन। जे वो परफेक्टली मैच टू द जंक्शन है उतो कुछ भी वापस नहीं होना, यानी ਉਹਦੇ वाला जो रिफ्लैक्शन कोएफिशिएंट है वो 0 हो जाना, S33। समझ आ गई? हेलो हेलो हाँ जी सर। तो आप ये वैल्यू उत्थे पुट कर दियां। देखो 1 1 रह गया, 1 2 इत्थे 1 3 सी ना, इत्थे 3 1 सी, क्योंकि 1 3 ते 3 1 बराबर हो गया। ठीक है, ठीक है, हाँ पता लग गया ना। 1 2 इतने 2 1 होना चाहिए सी, क्योंकि 1 विद रिस्पेक्ट टू 2 ते मतलब सिमिट्री करके 2 विद रिस्पेक्ट टू 1 भी हो गया। आ 2 2 इदा ही आ इतने की सीगा पहली दूजी रो तीजा कॉलम 2 विद रिस्पेक्ट टू 3 ते 3 विद रिस्पेक्ट टू 2, ते ਇਹਦਾ मतलब जे 2 विद रिस्पेक्ट टू 3 आ ते वो ਆਪਾਂ मैट्रिक्स कीता नहीं सीगा। आ देखो, हाँ जी सर। आ देखो जे 2 विद रिस्पेक्ट टू 3 आ ते 3 विद रिस्पेक्ट टू 2 आ, ते जे 3 2 विद रिस्पेक्ट टू 3 आ ते 1 विद रिस्पेक्ट टू 3 ਦੇ ਬਰਾਬਰ ਆ ਗਿਆ। ਪੱਲੇ ਪੈ ਗਈ? यस सर। ਨਾ ਉਹ ਜਿਹੜਾ ਮੈਟ੍ਰਿਕਸ ਆ ਇਹਦੇ ਵਿੱਚ ਬਣ ਗਿਆ। ਸਮਝ ਆ ਗਈ? ਆਪਾਂ ਆਹੀ ਕਾਮਨ ਲੈ ਲੈ ਜਾਣੀ। ਦੇਖੋ ਹੁਣ ਤੁਸੀਂ ਸਮਝ ਆ ਗਏ, ਜਾਣੀ ਇੱਥੇ 1 ਵਿਦ ਰਿਸਪੈਕਟ ਟੂ 3 1, तो ਜਿਹੜਾ ਇੱਥੇ ਜਿੱਦਾਂ ਤੀਜੀ ਰੋ ਸੀ ਦੂਜਾ ਕਾਲਮ ਸੀ 3 ਵਿਦ ਰਿਸਪੈਕਟ ਟੂ 2, ਇਹ 2 ਵਿਦ ਰਿਸਪੈਕਟ ਟੂ 3 ਦੇ ਬਰਾਬਰ ਸੀ ਔਰ ਉਹ 1 3 ਦੇ ਬਰਾਬਰ ਸੀਗਾ। ਕਲੀਅਰ? ਤੇ ਆ ਜਿਹੜਾ ਰਿਫਲੈਕਸ਼ਨ ਜਿਹੜੀ ਸੀ ਇਹ 0, ਕਿਉਂਕਿ ਆਪਾਂ ਇਹ 0 ਮੰਨ ਲਿਆ ਸੀਗਾ। ਇਹ ਮੈਚ ਟਰਮੀਨੇਸ਼ਨ परफेक्टली मैच टर्मिनेशन करके वो कंपोनेंट 0 हो गया इस रिफ्लेक्ट। ठीक है ना? समझ आ गई? आप इनू पुट कर ऐदा ऐदा मान लो आ जो 1 1 2 2 ये भी फिर 0 हो गए। आ देख ना एस आई जे परफेक्ट मैच टर्मिनेशन है, यानी डायगोनल कंपोनेंट सारे 0 हो। समझ आ गई? पर आप एनालिसिस वास्ते जे उन्हें तो एक वैसे दसिया भी जे एस पैरामीटर्स ऑफ एच प्लेन टी फॉर ए परफेक्टली मैच टर्मिनेशन ਉਹਦੇ ਆ ਸਾਰੇ ਜਾਣੀ ਜਿਹੜੇ ਸਿਮੈਟ੍ਰਿਕ ਕੰਪੋਨੈਂਟ आई जे आई, ਖਾਸ ਕਰਕੇ आई ਇੱਥੇ आई ਵਾਲੇ ਆਉਣੇ ਸੀ, ਇੱਥੇ ਨਾਲ आई ਆਉਣਾ ਸੀ। ਮੀਨਸ ਜਿੰਨੀ ਉਸੇ ਬੋਰਡ ਤੋਂ ਉਸੇ ਰੋ ਤੋਂ, ਪਤਾ ਲੱਗ ਗਿਆ? यानी डायगोनल मैट्रिक्स ਜਿਹੜੇ ਆ ਉਹ 0 ਹੋ ਗਿਆ।
पर आप एनालिसिस करनी है तो एनालिसिस वास्ते सिर्फ आप पहले ही वो ले लिया आई पहला ही मैट्रिक्स ले लिया आ जगह 4.7 पता लग गया। हेलो यस सर। हाँ हुण जो आप एनालिसिस करनी है तो फिर की होया 1 1 2 2 1 3 1 3 हुण इहदे विच तुसीं नोट करो 1 1 हैगा आ 1 1 हैगा लिख लिया 2 2 भी हैगा लिख लिया S1 2 ਦੇ 2 ਆ ਇਹ ਇੱਕ ਇੱਥੇ ਆ S1 ਦੀ 3 ਦੀ ਜਗ੍ਹਾ ਆ 1 2 ਲਿਖਣਾ ਸਮਝ ਆ ਗਈ मतलब ये आ 2 आ ना इसकी जगह 1 लिख लिया आ 4 आ 1 3 1 3 1 3 1 3 इसकी जगह भी 1 ले लिया तो देखा जाए तो मतलब इस मैट्रिक्स के विच 1 3 तो सानू पता लगा हैगा इधर 1 2 भी हैगा 1 1 1 ते ये अनकॉम 4 ਜਿਹੜੇ ਆ अननोन कॉन्स्टेंट्स हो गए जे मैनू एक S1 3 का पता फिर मैनू 4 का पता लग जूगा S1 1 मैनू मेरे लिए अननोन है S2 2 भी मेरे लिए अननोन है जे एक S1 2 का पता लग जूगा दूजे का भी पता लग जूगा क्लीयर इस करके अननोन है ये अननोन है तो इन्हों की वैल्यू असीं कैलकुलेट करनी क्लीयर हेलो